ਹੈਲੋ ਫਰੈਂਡਸ, ਵੈਲਕਮ ਬੈਕ ਟੂ ਕ੍ਰਿਤਿਕਾ ਕਲਾਸਿਸ। ਇੱਕ ਐਸਾ ਚੈਨਲ ਜਿੱਥੇ ਟਾਈਮ ਟੂ ਟਾਈਮ ਤੁਹਾਨੂੰ ਇੰਪੋਰਟੈਂਟ ਅਤੇ ਯੂਜ਼ਫੁਲ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਰਹਿੰਦੀ ਹੈ। ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਪੰਜਾਬ ਮਾਸਟਰ ਕੈਡਰ ਲਈ SST ਦਾ ਕੰਪਲੀਟ ਸਿਲੇਬਸ ਡਿਟੇਲ ਦੇ ਵਿੱਚ ਡਿਸਕਸ ਕਰਾਂਗੀ। ਫਰੈਂਡਸ, ਸਕਰੀਨ ਦੇ ਉੱਤੇ ਤੁਹਾਨੂੰ SST ਦਾ ਸਿਲੇਬਸ ਇੰਗਲਿਸ਼ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ, ਪਰ ਮੈਂ ਨਾਲ ਉਸ ਨੂੰ ਪੰਜਾਬੀ ਦੇ ਵਿੱਚ ਵੀ ਦੱਸਦੀ ਜਾਵਾਂਗੀ ਤਾਂ ਜੋ ਤੁਹਾਨੂੰ ਹਰ ਚੀਜ਼ ਦੀ ਕਲੈਰਿਟੀ ਹੋ ਸਕੇ। ਸਭ ਤੋਂ ਪਹਿਲਾਂ ਆਪਣੇ ਕੋਲ ਹੈ ਸਿਵਿਕਸ ਨਾਗਰਿਕ ਸ਼ਾਸਤਰ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੜ੍ਹਨਾ ਹੈ ਸੈਂਟਰ ਗੌਰਮੈਂਟ ਬਾਰੇ, ਜਿਸ ਦੇ ਕਿ 3 ਪਾਰਟਸ ਹਨ: ਪਾਰਲੀਮੈਂਟ, ਪ੍ਰੈਜ਼ੀਡੈਂਟ ਆਫ ਇੰਡੀਆ ਐਂਡ ਪ੍ਰਾਈਮ ਮਿਨਿਸਟਰ। ਪਾਰਲੀਮੈਂਟ ਦੇ ਵਿੱਚ ਪੜ੍ਹਨਾ ਹੈ ਲੋਕ ਸਭਾ ਅਤੇ ਰਾਜ ਸਭਾ ਬਾਰੇ। ਪ੍ਰੈਜ਼ੀਡੈਂਟ ਆਫ ਇੰਡੀਆ ਦੇ ਵਿੱਚ ਅਪੁਆਇੰਟਮੈਂਟ, ਕਿ ਪ੍ਰੈਜ਼ੀਡੈਂਟ ਦੀ ਜੋ ਅਪੁਆਇੰਟਮੈਂਟ ਆ ਉਹ ਕਿਸ ਤਰ੍ਹਾਂ ਹੁੰਦੀ ਹੈ ਅਤੇ ਉਹਨਾਂ ਦੇ ਕੀ ਫੰਕਸ਼ਨਸ ਨੇ, ਐਮਰਜੈਂਸੀ ਪਾਵਰਸ ਕੀ ਨੇ। ਦੈਨ ਹੈ ਪ੍ਰਾਈਮ ਮਿਨਿਸਟਰ ਅਤੇ ਕਾਊਂਸਿਲ ਆਫ ਮਿਨਿਸਟਰਸ, ਮਤਲਬ ਪ੍ਰਧਾਨ ਮੰਤਰੀ ਅਤੇ ਜੋ ਮੰਤਰੀ ਪਰਿਸ਼ਦ ਹੈ ਉਸ ਦੀ ਅਪੁਆਇੰਟਮੈਂਟ ਕਿਸ ਤਰ੍ਹਾਂ ਹੁੰਦੀ ਹੈ ਅਤੇ ਉਹਨਾਂ ਦੇ ਕੀ ਫੰਕਸ਼ਨਸ ਨੇ। ਨੈਕਸਟ ਆਪਾਂ ਪੜ੍ਹਨਾ ਹੈ ਸਟੇਟ ਲੈਵਲ ਦੀ ਗੌਰਮੈਂਟ ਬਾਰੇ, ਜਿਸ ਦੇ ਵਿੱਚ ਗਵਰਨਰ ਅਤੇ ਚੀਫ ਮਿਨਿਸਟਰ ਬਾਰੇ। ਗਵਰਨਰ ਬਾਰੇ ਆਪਾਂ ਪੜ੍ਹਨਾ ਹੈ ਕਿ ਗਵਰਨਰ ਆਫ ਸਟੇਟ, ਉਹਨਾਂ ਦੀ ਅਪੁਆਇੰਟਮੈਂਟ ਕਿਸ ਤਰ੍ਹਾਂ ਹੁੰਦੀ ਹੈ। ਦੈਨ ਹੈ ਚੀਫ ਮਿਨਿਸਟਰ ਆਫ ਸਟੇਟ, ਮੁੱਖ ਮੰਤਰੀ ਬਾਰੇ, ਉਹਨਾਂ ਦੀ ਅਪੁਆਇੰਟਮੈਂਟ ਬਾਰੇ ਅਤੇ ਉਹਨਾਂ ਦੇ ਫੰਕਸ਼ਨਸ ਦੇ ਬਾਰੇ। ਫਰੈਂਡਸ, ਨੈਕਸਟ ਹੈ ਫੋਰਨ ਪਾਲਿਸੀ, ਜਿਸ ਦੇ ਵਿੱਚ ਨਾਨ ਅਲਾਈਨਡ ਮੂਵਮੈਂਟ, ਜਿਸ ਦਾ ਮਤਲਬ ਹੁੰਦਾ ਹੈ ਅਸੰਯੁਕਤ ਮੂਵਮੈਂਟ, ਆਪਾਂ ਉਹ ਪੜ੍ਹਨਾ ਹੈ। ਨੈਕਸਟ ਪੰਚਸ਼ੀਲ ਅਤੇ ਡਿਸਆਰਮਾਮੈਂਟ, ਜਿਸ ਦਾ ਮਤਲਬ ਹੁੰਦਾ ਹੈ ਇੰਟਰਨੈਸ਼ਨਲ ਸੁਰੱਖਿਆ ਸਮਿਤੀ। ਦੈਨ UNO ਅਤੇ ਸਾਰਕ। ਨੈਕਸਟ ਹੈ ਸਿਟੀਜ਼ਨਸ਼ਿਪ, ਇਸ ਦੇ ਵਿੱਚ ਸਿਟੀਜ਼ਨਸ਼ਿਪ ਦਾ ਮੀਨਿੰਗ, ਬੇਸਿਕ ਪ੍ਰਿੰਸੀਪਲਸ ਆਫ ਸਿਟੀਜ਼ਨਸ਼ਿਪ, ਹਾਊ ਟੂ ਅਡੋਪਟ ਔਰ ਲੂਜ਼ ਰਾਜਕ੍ਰਿਤ ਸਿਟੀਜ਼ਨਸ਼ਿਪ, ਇਹ ਸਭ ਦੇ ਬਾਰੇ ਆਪਾਂ ਇਹਦੇ ਵਿੱਚ ਪੜ੍ਹਨਾ ਹੈ। ਨੈਕਸਟ ਹੈ ਔਰਗਨਸ ਆਫ ਗੌਰਮੈਂਟ, ਸਰਕਾਰ ਦੇ ਕੀ ਔਰਗਨਸ ਹਨ, ਜਿਸ ਦੇ ਵਿੱਚ ਲੈਜਿਸਲੇਚਰ, ਐਗਜ਼ੀਕਿਊਟਿਵ ਅਤੇ ਜੁਡੀਸ਼ਰੀ ਆਪਣੀ ਆਉਂਦੀ ਹੈ। ਨੈਕਸਟ ਹੈ ਕੋਰਟਸ ਬਾਰੇ, ਕੋਰਟਸ ਦੇ ਵਿੱਚ ਸੁਪਰੀਮ ਕੋਰਟ, ਹਾਈ ਕੋਰਟ, ਇਹਨਾਂ ਬਾਰੇ ਆਪਾਂ ਪੜ੍ਹਨਾ ਹੈ। ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਫੰਕਸ਼ਨਸ ਅਤੇ ਜੂਰੀਡਿਕਸ਼ਨ, ਅਪੁਆਇੰਟਮੈਂਟ, ਰਿਮੂਵਲ, ਸੈਲਰੀਜ਼, ਕੰਪੋਜੀਸ਼ਨ ਆਫ ਜੱਜਿਸ, ਇਹ ਸਾਰਾ ਕੁਝ ਪੜ੍ਹਨਾ ਹੈ। ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੀ ਕੰਪੋਜੀਸ਼ਨ, ਅਪੁਆਇੰਟਮੈਂਟ ਐਂਡ ਫੰਕਸ਼ਨਸ ਐਂਡ ਜੂਰੀਡਿਕਸ਼ਨ ਆਫ ਹਾਈ ਕੋਰਟਸ। ਲੋਕਲ ਕੋਰਟਸ ਬਾਰੇ ਵੀ ਪੜ੍ਹਨਾ ਹੈ ਅਤੇ FIR ਐਂਡ ਰਿਟਸ ਬਾਰੇ ਵੀ। ਤਾਂ ਫਰੈਂਡ, ਜਿਹੜਾ ਇਹ ਸਾਰਾ ਸਿਲੇਬਸ ਹੈ, ਇਹਨਾਂ ਦੇ ਵਿੱਚੋਂ ਆਪਾਂ ਬਹੁਤ ਸਾਰਾ ਤਾਂ BA ਲੈਵਲ ਤੱਕ ਆਲਰੇਡੀ ਪੜ੍ਹ ਚੁੱਕੇ ਹਾਂ, ਪਰ ਮਾਸਟਰ ਕੈਡਰ ਦਾ ਐਗਜ਼ਾਮ ਕਰੈਕ ਕਰਨ ਦੇ ਲਈ ਆਪਾਂ ਨੂੰ ਇਹ ਸਾਰੇ ਪੁਆਇੰਟਸ ਨੂੰ ਦੁਬਾਰਾ ਪੜ੍ਹਨਾ ਪਵੇਗਾ ਅਤੇ ਇੰਪੋਰਟੈਂਟ ਚੀਜ਼ਾਂ ਨੂੰ ਯਾਦ ਵੀ ਰੱਖਣਾ ਪਵੇਗਾ। ਨੈਕਸਟ ਹੈ ਆਪਣੇ ਕੋਲ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਦੇ ਵਿੱਚ ਆਰਟੀਕਲ 14 ਤੋਂ ਲੈ ਕੇ ਆਰਟੀਕਲ 32 ਤੱਕ, ਜਿਸ ਦੇ ਵਿੱਚ ਫੰਡਾਮੈਂਟਲ ਰਾਈਟਸ ਨੇ, ਉਹਨਾਂ ਸਾਰਿਆਂ ਨੂੰ ਡਿਟੇਲ ਦੇ ਵਿੱਚ ਪੜ੍ਹਨਾ ਹੈ। ਰਾਈਟ ਟੂ ਐਜੂਕੇਸ਼ਨ, ਰਾਈਟ ਟੂ ਇਨਫੋਰਮੇਸ਼ਨ। ਦੈਨ ਥੋੜ੍ਹਾ ਜਿਹਾ ਬਰੀਫ ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਨੂੰ ਵੀ ਪੜ੍ਹਨਾ ਹੈ। ਨੈਕਸਟ ਹੈ UNO, ਜਿਸ ਦੀ ਫੁੱਲ ਫਾਰਮ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਹੈ। ਇਸ ਦੇ ਵਿੱਚ ਆਪਾਂ ਦੇਖਣਾ ਹੈ ਕਿ ਔਰਗਨਸ ਆਫ UNO ਦੇ ਕੀ ਔਰਗਨਸ ਹਨ, ਏਜੰਸੀਜ਼ ਆਫ UNO, ਇੰਡੀਆਜ਼ ਰੋਲ ਇਨ UNO ਐਂਡ ਇੰਪੋਰਟੈਂਟ ਰੀਸੈਂਟ ਵਰਕਸ ਐਟ UNO ਲੈਵਲ। ਨੈਕਸਟ ਹੈ ਇੰਡੀਅਨ ਫੈਡਰਲ ਸਿਸਟਮ, ਜਿਸ ਦੇ ਵਿੱਚ ਇੰਡੀਅਨ ਫੈਡਰਲ ਸਟਰਕਚਰ, ਫੀਚਰਸ ਆਫ ਇੰਡੀਅਨ ਯੂਨਿਟੀ, ਸਟਰਕਚਰ, ਸੈਂਟਰ ਸਟੇਟ ਰਿਲੇਸ਼ਨਸ, ਲੈਜਿਸਲੇਟਿਵ, ਫਾਈਨੈਂਸ਼ੀਅਲ ਐਂਡ ਐਡਮਿਨਿਸਟ੍ਰੇਟਿਵ ਰਿਲੇਸ਼ਨਸ। ਫਰੈਂਡਸ, ਇਹ ਜਨਰਲ ਟਰਮਸ ਨੇ, ਇਹਨਾਂ ਦੇ ਬਾਰੇ ਤੁਹਾਨੂੰ ਇਹ ਸਾਰੀਆਂ ਟਰਮਸ ਦੀ ਤੁਹਾਨੂੰ ਡੈਫੀਨੇਸ਼ਨ ਮਿਲ ਜਾਵੇਗੀ। ਨੈਕਸਟ ਹੈ ਇਲੈਕਸ਼ਨ ਪ੍ਰੋਸੀਜਰ। ਇਲੈਕਸ਼ਨ ਪ੍ਰੋਸੀਜਰ ਦੇ ਵਿੱਚ ਮੀਨਿੰਗ, ਇਲੈਕਸ਼ਨ ਪ੍ਰੋਸੈਸ, ਫੈਕਟਰਸ ਇਨਫਲੂਐਂਸਿਸ, ਭਾਵ ਕਿ ਕਿਹੜੇ ਫੈਕਟਰਸ ਨੇ ਜੋ ਇਲੈਕਸ਼ਨਸ ਨੂੰ ਇਨਫਲੂਐਂਸ ਕਰਦੇ ਨੇ। ਇਲੈਕਸ਼ਨ ਬਿਹੇਵੀਅਰ ਇਨ ਇੰਡੀਆ ਔਰ ਇਨ ਅਦਰ ਕੰਟਰੀਜ਼। ਇਲੈਕਸ਼ਨ ਕਮਿਸ਼ਨ, ਇਹਨਾਂ ਬਾਰੇ ਆਪਾਂ ਪੜ੍ਹਨਾ ਹੈ। ਨੈਕਸਟ ਹੈ ਕੌਨਸਟੀਟਿਊਸ਼ਨ ਇਨ ਡਿਟੇਲ, ਭਾਰਤ ਦੇ ਸੰਵਿਧਾਨ ਨੂੰ ਡਿਟੇਲ ਦੇ ਵਿੱਚ ਪੜ੍ਹਨਾ ਹੈ, ਜਿਸ ਦੇ ਵਿੱਚ ਫੀਚਰਸ ਆਫ ਕੌਨਸਟੀਟਿਊਸ਼ਨ ਐਂਡ ਪ੍ਰੀਐਂਬਲ ਆਫ ਕੌਨਸਟੀਟਿਊਸ਼ਨ ਦੇ ਉੱਤੇ ਖਾਸ ਫੋਕਸ ਰੱਖਣਾ ਹੈ। ਨੈਕਸਟ ਹੈ ਕੰਸੈਪਟਸ, ਜਿਸ ਦੇ ਵਿੱਚ ਲਾਅ, ਲਿਬਰਟੀ, ਜਸਟਿਸ, ਇਕੁਐਲਿਟੀ, ਇਹਨਾਂ ਦੇ ਆਪਾਂ ਮੀਨਿੰਗ ਪੜ੍ਹਨੇ ਨੇ ਬੇਸਿਕ ਲੈਵਲ ਦੇ ਉੱਤੇ। ਨੈਕਸਟ ਹੈ ਪਾਰਟੀ ਸਿਸਟਮ ਇਨ ਇੰਡੀਆ,
ਜਿਸ ਦੇ ਵਿੱਚ ਫੀਚਰਸ ਆਫ ਇੰਡੀਅਨ ਪਾਰਟੀ ਸਿਸਟਮ, ਭਾਵ ਕਿ ਜੋ ਭਾਰਤ ਦੇ ਵਿੱਚ ਅਲੱਗ-ਅਲੱਗ ਪੋਲੀਟੀਕਲ ਪਾਰਟੀਜ਼ ਹਨ ਉਹਨਾਂ ਦੀਆਂ ਫੀਚਰਸ, ਨੈਸ਼ਨਲ ਪੋਲੀਟੀਕਲ ਪਾਰਟੀਜ਼ ਐਂਡ ਰੀਜਨਲ ਪਾਰਟੀਜ਼ ਆਫ ਯੂਅਰ ਸਟੇਟ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀਆਂ ਰੀਜਨਲ ਪਾਰਟੀਜ਼ ਨੇ, ਜਿਸ ਤਰ੍ਹਾਂ ਕਿ ਸ਼੍ਰੋਮਣੀ ਅਕਾਲੀ ਦਲ, ਉਹਨਾਂ ਬਾਰੇ ਪੜ੍ਹਨਾ ਹੈ, ਅਤੇ ਨੈਸ਼ਨਲ ਪੋਲੀਟੀਕਲ ਪਾਰਟੀ ਜਿਸ ਦੇ ਵਿੱਚ BJP ਅਤੇ ਕਾਂਗਰਸ ਪਾਰਟੀ ਆਉਂਦੀ ਹੈ। ਨੈਕਸਟ ਹੈ ਓਰੀਜਨ, ਪਰਫਾਰਮੈਂਸ ਲੈਵਲ, ਇਲੈਕਸ਼ਨ ਮੈਨੀਫੈਸਟੋ, ਪ੍ਰਿੰਸੀਪਲਸ, ਇਹ ਸਾਰਾ ਕੁਝ। ਨੈਕਸਟ ਹੈ ਡੈਮੋਕ੍ਰੇਸੀ ਐਟ ਰੂਰਲ ਐਂਡ ਅਰਬਨ ਲੈਵਲ, ਭਾਵ ਕਿ ਲੋਕਤੰਤਰ ਰੂਰਲ ਲੈਵਲ ਦੇ ਉੱਤੇ ਅਤੇ ਅਰਬਨ ਲੈਵਲ ਦੇ ਉੱਤੇ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਬਾਰੇ, ਉਸ ਦੀ ਆਰਗੇਨਾਈਜੇਸ਼ਨ, ਫੰਕਸ਼ਨਸ, ਕੰਪੋਜੀਸ਼ਨ। ਨੈਕਸਟ ਅਰਬਨ ਡੈਮੋਕ੍ਰੇਸੀ, ਸ਼ਹਿਰੀ ਲੋਕਤੰਤਰ, ਜਿਸ ਦੇ ਵਿੱਚ ਮਿਊਨਿਸਪੈਲਿਟੀਜ਼ ਐਟ ਡਿਫਰੈਂਟ ਲੈਵਲ। ਨੈਕਸਟ ਹੈ ਕੰਪੋਜੀਸ਼ਨ, ਫੰਕਸ਼ਨਸ, ਅਪੁਆਇੰਟਮੈਂਟ, ਸਪੈਸ਼ਲ ਪੋਸਟ ਐਟ ਗ੍ਰਾਸ ਰੂਟ ਲੈਵਲ, ਭਾਵ ਕਿ ਜ਼ਮੀਨੀ ਪੱਧਰ 'ਤੇ ਕਿਸ ਤਰ੍ਹਾਂ ਇਹਨਾਂ ਦੀ ਕੰਪੋਜੀਸ਼ਨ ਹੁੰਦੀ ਹੈ, ਕਿਸ ਤਰ੍ਹਾਂ ਕੰਮ ਕਰਦੇ ਹਨ, ਇਹ ਸਭ ਆਪਾਂ ਪੜ੍ਹਨਾ ਹੈ। ਨੈਕਸਟ ਕੁਝ ਥਿਊਰੀਜ਼ ਹਨ, ਜਿਸ ਦੇ ਵਿੱਚ ਲਿਬਰਲਿਜ਼ਮ, ਮਾਰਕਸਿਜ਼ਮ ਐਂਡ ਗਾਂਧੀਜ਼ਮ ਦੀ ਥਿਊਰੀਜ਼ ਆਪਾਂ ਪੜ੍ਹਨੀਆਂ ਹਨ। ਇਹ ਥਿਊਰੀਜ਼ ਆਪਾਂ ਆਲਰੇਡੀ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਨੈਕਸਟ ਹੈ ਸਬਜੈਕਟ ਆਪਣੇ ਕੋਲ ਜਿਓਗ੍ਰਾਫੀ ਦੇ ਵਿੱਚ ਸਭ ਤੋਂ ਪਹਿਲਾਂ ਹੈ ਫਿਜ਼ੀਕਲ ਜਿਓਗ੍ਰਾਫੀ, ਜਿਸ ਦੇ ਵਿੱਚ ਨੇਚਰ ਐਂਡ ਸਕੋਪ ਆਫ ਜਿਓਗ੍ਰਾਫੀ। ਤਾਂ ਇਸ ਦੇ ਵਿੱਚ ਜੋ ਫਸਟ ਪਾਰਟ ਹੈ ਉਹ ਹੈ ਦ ਅਰਥ ਐਂਡ ਇਟਸ ਓਰੀਜਨ, ਧਰਤੀ ਦਾ ਜੋ ਓਰੀਜਨ ਹੈ, ਕਿਸ ਤਰ੍ਹਾਂ ਧਰਤੀ ਬਣੀ, ਉਸ ਸਭ ਬਾਰੇ। ਜਿਸ ਦੇ ਵਿੱਚ ਦ ਯੂਨੀਵਰਸ ਉਸ ਦੇ ਵਿੱਚ ਆਵੇਗਾ, ਸੋਲਰ ਸਿਸਟਮ ਐਂਡ ਦ ਅਰਥ ਦਾ ਓਰੀਜਨ, ਸ਼ੇਪ, ਸਾਈਜ਼, ਰੋਟੇਟ ਕਿੱਦਾਂ ਕਰਦੀ ਹੈ, ਰੈਵੋਲਿਊਸ਼ਨ, ਕੰਪੋਜੀਸ਼ਨ ਐਂਡ ਸਟਰਕਚਰ, ਡਿਸਟ੍ਰੀਬਿਊਸ਼ਨ ਆਫ ਲੈਂਡ ਐਂਡ ਵਾਟਰ, ਅਰਥਜ਼ ਜਿਓਗ੍ਰਾਫਿਕਲ ਹਿਸਟਰੀ, ਓਰੀਜਨ ਐਂਡ ਐਵੋਲਿਊਸ਼ਨ ਆਫ ਲਾਈਫ ਔਨ ਅਰਥ। ਫਰੈਂਡਸ, ਇਹ ਸਿਲੇਬਸ NCERT ਦੇ ਵਿੱਚੋਂ ਇਹਨਾਂ ਨੇ ਚੱਕਿਆ ਹੋਇਆ ਹੈ। NCERT ਦੀ ਜੋ +1 +2 ਦੀ ਬੁੱਕ ਹੈ, ਤੁਸੀਂ ਉਸ ਨੂੰ ਵੀ ਇਸ ਦੇ ਲਈ ਰੈਫਰ ਕਰ ਸਕਦੇ ਹੋ। ਨੈਕਸਟ ਹੈ ਐਟਮੋਸਫੇਅਰ ਬਾਰੇ ਪੜ੍ਹਨਾ ਹੈ। ਨੈਕਸਟ ਸਕਰੀਨ ਦੇ ਉੱਤੇ ਫਰੈਂਡਸ ਇਸ ਦੀ ਡਿਟੇਲ ਤੁਹਾਨੂੰ ਦਿਖ ਰਹੀ ਹੋਵੇਗੀ। ਮੈਂ ਇਹਨਾਂ ਦੇ ਜੋ ਮੇਨ ਚੈਪਟਰਸ ਹਨ ਉਹਨਾਂ ਨੂੰ ਤੁਹਾਡੇ ਨਾਲ ਡਿਸਕਸ ਕਰ ਲੈਂਦੀ ਹਾਂ। ਐਟਮੋਸਫੇਅਰ ਦੇ ਵਿੱਚ ਆਪਾਂ ਐਟਮੋਸਫੇਅਰ ਰਿਲੇਟਡ ਟਰਮਸ, ਜਿਸ ਤਰ੍ਹਾਂ ਐਟਮੋਸਫੇਰਿਕ ਟੈਂਪਰੇਚਰ, ਪ੍ਰੈਸ਼ਰ, ਵਿੰਡਸ, ਗਲੋਬਲ ਸਰਕੂਲੇਸ਼ਨ, ਇਹ ਸਾਰਾ ਕੁਝ ਪੜ੍ਹਨਾ ਹੈ। ਦੈਨ ਹੈ ਆਪਣੇ ਕੋਲ ਲਿਥੋਸਫੀਅਰ ਦੇ ਵਿੱਚ ਆਪਾਂ ਦੇਖਣਾ ਹੈ ਕਿ ਜੋ ਅਰਥ ਦੀ ਇੰਟਰਨਲ ਸਟਰਕਚਰ ਹੈ ਉਹ ਕਿਸ ਤਰ੍ਹਾਂ ਦੀ ਹੈ, ਜੋ ਰੌਕਸ ਨੇ ਉਹ ਕਿੱਦਾਂ ਬਣਦੀਆਂ ਹਨ, ਅਤੇ ਟੈਕਟੋਨਿਕ ਪਲੇਟਸ, ਪਹਾੜੀਆਂ ਨੇ, ਮਾਊਂਟੇਨਸ ਨੇ, ਉਹ ਕਿੱਦਾਂ ਬਣਦੀਆਂ ਹਨ, ਅਰਥਕੁਏਕ ਕਿਵੇਂ ਆਉਂਦੇ ਹਨ, ਵੋਲਕੈਨਿਕ ਐਕਟੀਵਿਟੀਜ਼ ਕਿਵੇਂ ਹੁੰਦੀਆਂ ਹਨ, ਇਹ ਸਾਰੀਆਂ ਚੀਜ਼ਾਂ ਬਾਰੇ ਆਪਾਂ ਲਿਥੋਸਫੀਅਰ ਦੇ ਅੰਡਰ ਪੜ੍ਹਨਾ ਹੈ। ਨੈਕਸਟ ਹੈ ਹਾਈਡਰੋਸਫੀਅਰ ਦੇ ਵਿੱਚ ਓਸ਼ਨ ਫਲੋਰ, ਟੈਂਪਰੇਚਰ ਐਂਡ ਸੈਲਿਨਿਟੀ ਆਫ ਓਸ਼ਨ ਵਾਟਰ, ਮਤਲਬ ਜੋ ਸਮੁੰਦਰ ਦਾ ਪਾਣੀ ਹੈ ਉਸ ਦਾ ਜੋ ਖਾਰਾਪਨ ਹੈ ਉਸ ਦੇ ਬਾਰੇ, ਮੂਵਮੈਂਟ ਆਫ ਓਸ਼ਨ ਵਾਟਰ, ਵੇਵਸ, ਕਰੰਟਸ, ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਆਪਾਂ ਹਾਈਡਰੋਸਫੀਅਰ ਦੇ ਅੰਡਰ ਪੜ੍ਹਨੀਆਂ ਨੇ। ਨੈਕਸਟ ਆਪਣੇ ਕੋਲ ਹੈ ਇੰਡੀਆ ਐਂਡ ਪੰਜਾਬ, ਜਿਸ ਦੇ ਵਿੱਚ ਕਿ ਸਪੈਸ਼ਲ ਰੈਫਰੈਂਸ ਆਪਾਂ ਪੰਜਾਬ ਦੇ ਬਾਰੇ ਪੜ੍ਹਨਾ ਹੈ। ਇਸ ਦੇ ਵਿੱਚ ਲੋਕੇਸ਼ਨ ਐਂਡ ਸਾਈਜ਼, ਰਿਲੀਫ, ਡਰੇਨੇਜ, ਨੈਚੁਰਲ ਵੈਜੀਟੇਸ਼ਨ, ਭਾਵ ਕਿ ਇੱਥੇ ਕਿਸ ਤਰ੍ਹਾਂ ਦੀ ਜੋ ਪੇੜ ਪੌਦੇ ਨੇ ਉਹ ਉੱਗਦੇ ਨੇ, ਮਿੱਟੀ ਕਿਸ ਤਰ੍ਹਾਂ ਦੀ ਹੈ, ਕਿਹੜੇ ਮਿਨਰਲਸ ਮਿਲਦੇ ਨੇ। ਇਸ ਤੋਂ ਇਲਾਵਾ ਜੋ ਇੱਥੋਂ ਦੀ ਪੋਪੂਲੇਸ਼ਨ ਹੈ, ਪੀਪਲ ਨੇ, ਉਹਨਾਂ ਦਾ ਨੰਬਰ, ਡਿਸਟਰੀਬਿਊਸ਼ਨ, ਡੈਂਸਿਟੀ, ਗਰੋਥ, ਰਿਲੀਜਨ, ਅਲੱਗ-ਅਲੱਗ ਧਰਮਾਂ ਬਾਰੇ, ਕੰਪੋਜੀਸ਼ਨ, ਅਰਬਨਾਈਜੇਸ਼ਨ, ਇਹ ਸਾਰੀਆਂ ਚੀਜ਼ਾਂ। ਨੈਕਸਟ ਟਰਾਂਸਪੋਰਟ ਬਾਰੇ, ਟਰਾਂਸਪੋਰਟ ਦੇ ਵਿੱਚ ਰੇਲ, ਰੋਡ, ਏਅਰਵੇਜ਼ ਅਤੇ ਇਨਵਾਇਰਮੈਂਟਲ ਇਸ਼ੂਜ਼, ਜਿਸ ਤਰ੍ਹਾਂ ਕਿ ਪੋਲਿਊਸ਼ਨ ਬਹੁਤ ਵੱਧ ਰਿਹਾ ਹੈ ਤਾਂ ਉਹ ਇਨਵਾਇਰਮੈਂਟਲ ਇਸ਼ੂਜ਼ ਦੇ ਵਿੱਚ ਆਪਾਂ ਉਸ ਨੂੰ ਵੀ ਪੜ੍ਹਨਾ ਹੈ। ਨੈਕਸਟ ਹੈ ਰਿਸੋਰਸਿਸ ਐਂਡ ਇਨਵਾਇਰਮੈਂਟ, ਜਿਸ ਦੇ ਵਿੱਚ ਨੇਚਰ ਦਾ ਮੀਨਿੰਗ, ਕੰਪੋਨੈਂਟਸ ਆਫ ਇਨਵਾਇਰਮੈਂਟ ਦੇ ਜੋ ਕੰਪੋਨੈਂਟਸ ਨੇ। ਦੈਨ ਹੈ ਰਿਸੋਰਸਿਸ, ਜਿਸ ਦੇ ਵਿੱਚ ਨੇਚਰ, ਡੈਫੀਨੇਸ਼ਨਸ ਐਂਡ ਟਾਈਪਸ ਇਨ ਡਿਟੇਲ ਆਪਾਂ ਪੜ੍ਹਨੀ ਹੈ। ਨੈਕਸਟ ਹੈ ਫੋਰੈਸਟ ਬਾਰੇ, ਜੰਗਲਾਂ ਦੀਆਂ ਟਾਈਪਸ, ਕਿੱਥੇ ਜੰਗਲ ਨੇ, ਇਕਨੋਮਿਕ ਐਂਡ ਇਨਵਾਇਰਮੈਂਟਲ ਸਿਗਨੀਫਿਕੈਂਸ ਐਂਡ ਸਸਟੇਨੇਬਿਲਿਟੀ, ਭਾਵ ਕਿ ਜੰਗਲਾਂ ਦੇ ਸਮਾਜ ਨੂੰ ਕੀ ਲਾਭ ਨੇ। ਮੇਜਰ ਸੋਇਲ, ਮਿੱਟੀ ਦੀਆਂ ਕਿਸਮਾਂ, ਠੀਕ ਹੈ, ਅਲੱਗ-ਅਲੱਗ ਥਾਂ ਦੇ ਉੱਤੇ ਜੋ ਅਲੱਗ-ਅਲੱਗ ਤਰ੍ਹਾਂ ਦੀ ਮਿੱਟੀ ਮਿਲਦੀ ਹੈ ਉਸ ਦੇ ਬਾਰੇ। ਇਕਨੋਮਿਕ ਐਂਡ ਇਨਵਾਇਰਮੈਂਟ ਸਿਗਨੀਫਿਕੈਂਸ, ਉਹੀ ਕਿ ਉਸਦਾ ਸਮਾਜ ਨੂੰ ਅਤੇ ਇਨਵਾਇਰਮੈਂਟ ਨੂੰ ਕੀ ਫਾਇਦਾ ਹੈ।
ਐਂਡ ਸਸਟੇਨੇਬਿਲਿਟੀ ਐਂਡ ਸੋਇਲ ਇਰੋਜ਼ਨ ਐਂਡ ਕੰਜ਼ਰਵੇਸ਼ਨ, ਅਤੇ ਮਿੱਟੀ ਦਾ ਖੁਰਨ ਅਤੇ ਮਿੱਟੀ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ। ਨੈਕਸਟ ਹੈ ਫਿਸ਼ਰੀਜ਼, ਜਿਸ ਦੇ ਵਿੱਚ ਟਾਈਪਸ ਐਂਡ ਮੇਜਰ ਫਿਸ਼ਰੀਜ਼ ਰੀਜ਼ਨਸ ਬਾਰੇ ਆਪਾਂ ਪੜ੍ਹਨਾ ਹੈ। ਮਿਨਰਲਸ, ਐਗਰੀਕਲਚਰ, ਇੰਡਸਟਰੀਜ਼, ਇਸ ਦੇ ਵਿੱਚ ਵੀ ਮਿਨਰਲਸ ਦੇ ਅੰਡਰ ਕੀ ਅਲੱਗ-ਅਲੱਗ ਮਿਨਰਲਸ ਦੀ ਡਿਸਟਰੀਬਿਊਸ਼ਨ ਅਤੇ ਉਹਨਾਂ ਦੀ ਕੰਜ਼ਰਵੇਸ਼ਨ। ਐਗਰੀਕਲਚਰ ਦੇ ਵਿੱਚ ਜੋ ਆਪਣੀਆਂ ਮੇਜਰ ਕ੍ਰੌਪਸ ਨੇ ਉਹਨਾਂ ਬਾਰੇ, ਐਂਡ ਡਿਸਟਰੀਬਿਊਸ਼ਨ, ਉਹਨਾਂ ਦੀ ਕਿਸ ਤਰ੍ਹਾਂ ਡਿਸਟਰੀਬਿਊਸ਼ਨ ਹੁੰਦੀ ਹੈ ਅਤੇ ਉਹਨਾਂ ਦਾ ਟਰੇਡ ਕਿਸ ਤਰ੍ਹਾਂ ਹੁੰਦਾ ਹੈ। ਇੰਡਸਟਰੀਜ਼ ਦੇ ਵਿੱਚ ਲੋਕਲਾਈਜੇਸ਼ਨ ਫੈਕਟਰਸ ਐਂਡ ਡਿਸਟਰੀਬਿਊਸ਼ਨ ਵਿਦ ਟਰੇਡ ਆਫ ਮੇਜਰ ਇੰਡਸਟਰੀਜ਼, ਭਾਵ ਕਿ ਜੋ ਮੁੱਖ ਆਪਣੀਆਂ ਇੰਡਸਟਰੀਜ਼ ਹਨ ਜਿਸ ਤਰ੍ਹਾਂ ਕੱਪੜਾ ਉਦਯੋਗ, ਲੋਹਾ ਉਦਯੋਗ, ਇਹ ਸਾਰੀਆਂ ਬਾਰੇ। ਨੈਕਸਟ ਹੈ ਪੋਪੂਲੇਸ਼ਨ, ਜਿਸ ਦੇ ਵਿੱਚ ਮੈਂਬਰ, ਡਿਸਟਰੀਬਿਊਸ਼ਨ, ਡੈਂਸਿਟੀ, ਗਰੋਥ, ਪਾਪੂਲੇਸ਼ਨ, ਰਿਸੋਰਸ ਰਿਲੇਸ਼ਨਸ਼ਿਪ ਐਂਡ ਅਰਬਨਾਈਜੇਸ਼ਨ, ਸ਼ਹਿਰੀਕਰਨ ਬਾਰੇ ਪੜ੍ਹਨਾ ਹੈ। ਪਾਪੂਲੇਸ਼ਨ ਦੇ ਜੋ ਰਿਲੇਸ਼ਨਸ਼ਿਪ ਰਿਸੋਰਸ ਦੇ ਨਾਲ, ਜੋ ਆਪਣੇ ਰਿਸੋਰਸਿਸ ਨੇ ਉਹਨਾਂ ਦੇ ਨਾਲ ਜੋ ਰਿਲੇਸ਼ਨਸ਼ਿਪ ਆ ਉਹਨਾਂ ਸਭ ਬਾਰੇ। ਨੈਕਸਟ ਹੈ ਇਨਵਾਇਰਮੈਂਟ, ਇਨਵਾਇਰਮੈਂਟ ਦੇ ਵਿੱਚ ਆਪਾਂ ਪੜ੍ਹਨਾ ਹੈ ਨੈਚੁਰਲ ਐਂਡ ਮੈਨ ਮੇਡ ਇਨਵਾਇਰਮੈਂਟ, ਠੀਕ ਹੈ। ਨੈਕਸਟ ਰਿਲੇਸ਼ਨਸ਼ਿਪ, ਡਿਟਰਮਿਨਿਜ਼ਮ, ਪੋਸੀਬਿਲਿਜ਼ਮ, ਇਕੋਲੋਜੀ, ਬਾਇਓਡਾਇਵਰਸਿਟੀ, ਇਹ ਸਾਰੇ ਜੋ ਪੁਆਇੰਟਸ ਨੇ ਆਪਾਂ ਇਨਵਾਇਰਮੈਂਟ ਦੇ ਅੰਡਰ ਪੜ੍ਹਨੇ ਨੇ। ਇਸ ਤੋਂ ਇਲਾਵਾ ਫੂਡ ਸਿਕਿਉਰਿਟੀ, ਜੰਗਲਾਂ ਦੀ ਕਟਾਈ, ਡਿਫੋਰੈਸਟੇਸ਼ਨ, ਕੰਜ਼ਰਵੇਸ਼ਨ ਆਫ ਵਾਈਲਡ ਲਾਈਫ, ਜੰਗਲੀ ਜੋ ਆਪਣੀ ਵਾਈਲਡ ਲਾਈਫ ਆ ਉਸ ਨੂੰ ਕਿਸ ਤਰ੍ਹਾਂ ਕੰਜ਼ਰਵ ਕੀਤਾ ਜਾਵੇ। ਨੈਕਸਟ ਹੈ ਇਕੋਨੋਮਿਕਸ, ਇਕੋਨੋਮਿਕਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਕੰਜ਼ਿਊਮਰ ਇਕੁਇਲਿਬਰੀਅਮ, ਜਿਸ ਦੇ ਵਿੱਚ ਇਕੁਇਲਿਬਰੀਅਮ ਦਾ ਮੀਨਿੰਗ। ਨੈਕਸਟ ਹੈ ਡਿਮਾਂਡ, ਡਿਮਾਂਡ ਦੇ ਵਿੱਚ ਮਾਰਕੀਟ ਡਿਮਾਂਡ, ਡਿਟਰਮੀਨੈਂਟ ਕਰਵਸ, ਪ੍ਰਾਈਸ ਇਲਾਸਟੀਸਿਟੀ ਆਫ ਡਿਮਾਂਡਸ, ਇਹ ਸਾਰਾ ਕੁਝ। ਨੈਕਸਟ ਹੈ ਨੈਸ਼ਨਲ ਇਨਕਮ ਐਂਡ ਰਿਲੇਟਡ ਐਗਰੀਗੇਟ, ਨੈਕਸਟ ਹੈ ਨੈਸ਼ਨਲ ਇਨਕਮ ਐਂਡ ਰਿਲੇਟਡ ਐਗਰੀਗੇਟ। ਉਸ ਤੋਂ ਬਾਅਦ ਡਿਟਰਮੀਨੇਸ਼ਨ ਆਫ ਇਨਕਮ ਐਂਡ ਇੰਪਲੋਇਮੈਂਟ, ਦੈਨ ਬੈਲੈਂਸ ਆਫ ਟਰੇਡ ਐਂਡ ਬੈਲੈਂਸ ਆਫ ਪੇਮੈਂਟ, ਮਾਈਕਰੋ ਐਂਡ ਮੈਕਰੋ ਇਕਨੋਮਿਕਸ। ਫਰੈਂਡਸ, ਜੋ ਇਹ ਇਕਨੋਮਿਕਸ ਦੇ ਚੈਪਟਰਸ ਨੇ ਇਹ ਵੀ ਸਾਰੇ +1 +2 ਦੀ NCERT ਦੇ ਵਿੱਚੋਂ ਲਏ ਗਏ ਹਨ। ਤੁਸੀਂ ਜੇਕਰ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ +1 +2 ਦੀਆਂ ਜੋ NCERT ਦੀਆਂ ਬੁੱਕਸ ਨੇ ਉਹਨਾਂ ਨੂੰ ਡਿਟੇਲ ਦੇ ਵਿੱਚ ਪੜ੍ਹ ਲਵੋ ਤਾਂ ਤੁਹਾਡਾ ਜੋ ਐਗਜ਼ਾਮ ਹੈ ਮਾਸਟਰ ਕੈਡਰ ਦਾ ਉਹ ਡੈਫੀਨੇਟਲੀ ਕਲੀਅਰ ਹੋ ਸਕਦਾ ਹੈ। ਨੈਕਸਟ ਆਪਾਂ ਦੇਖ ਲੈਂਦੇ ਹਾਂ ਪ੍ਰੋਡਿਊਸਰ ਬਿਹੇਵੀਅਰ, ਜਿਸ ਦੇ ਵਿੱਚ ਪ੍ਰੋਡਕਸ਼ਨ ਦੇ ਫੰਕਸ਼ਨ, ਸਪਲਾਈ, ਕੋਸਟ ਐਂਡ ਰਿਵੈਨਿਊ, ਇਹ ਸਾਰਾ ਕੁਝ ਆਪਾਂ ਪੜ੍ਹਨਾ ਹੈ। ਦੈਨ ਹੈ ਫੋਰਮਸ ਆਫ ਮਾਰਕੀਟ, ਉਸ ਤੋਂ ਬਾਅਦ ਪ੍ਰਾਈਸ ਡਿਟਰਮੀਨੇਸ਼ਨ ਕਿਸ ਤਰ੍ਹਾਂ ਹੁੰਦਾ ਹੈ, ਮਨੀ ਐਂਡ ਬੈਂਕਿੰਗ। ਫਰੈਂਡਸ, ਇਹਦੇ ਵਿੱਚੋਂ ਮੈਨੂੰ ਜ਼ਿਆਦਾ ਜੋ ਚੈਪਟਰਸ ਨੇ ਉਹ ਕਲਾਸ 12th ਦੇ ਨਜ਼ਰ ਆ ਰਹੇ ਨੇ। ਨੈਕਸਟ ਜੋ ਚੈਪਟਰ ਹੈ ਉਹ ਹੈ ਗੌਰਮੈਂਟ ਬਜਟ ਐਂਡ ਇਕੋਨੋਮੀ, ਮੀਨਿੰਗ, ਡਿਟਰਮੀਨੇਸ਼ਨ ਆਫ ਇਨਕਮ ਐਂਡ ਇੰਪਲੋਇਮੈਂਟ, ਨੈਸ਼ਨਲ ਇਨਕਮ ਐਂਡ ਰਿਲੇਟਡ ਐਗਰੀਗੇਟ, ਟਾਈਪਸ ਆਫ ਇਕਨੋਮਿਕਸ, ਜਿਸ ਦੇ ਵਿੱਚ ਇਨਫਰਾਸਟਰਕਚਰ ਆਫ ਇਕੋਨੋਮੀ ਆਪਾਂ ਪੜ੍ਹਨਾ ਹੈ। ਨੈਕਸਟ ਇੰਡੀਅਨ ਇਕੋਨੋਮੀ, ਪੰਜਾਬ ਇਕੋਨੋਮੀ, ਇਕਨੋਮਿਕ ਪਲੈਨਿੰਗ ਇਨ ਇੰਡੀਆ। ਫਰੈਂਡਸ, ਇਹਦੇ ਵਿੱਚੋਂ ਤੁਸੀਂ ਕੋਈ ਵੀ 3 ਸਬਜੈਕਟ ਚੂਜ਼ ਕਰਨੇ ਹਨ ਤਾਂ ਹਰ ਇੱਕ, ਜਿਸ ਤਰ੍ਹਾਂ ਜੇਕਰ ਤੁਸੀਂ ਹਿਸਟਰੀ ਚੂਜ਼ ਕਰਦੇ ਹੋ ਤਾਂ ਉਸਦੇ ਵਿੱਚੋਂ ਤੁਹਾਨੂੰ 50 ਕੁਐਸਚਨਸ ਆਉਣਗੇ। ਟੋਟਲ ਜੋ ਕੁਐਸਚਨ ਪੇਪਰ ਹੈ ਉਹ ਆਪਣਾ, ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ 150 ਨੰਬਰ ਦਾ ਹੋਵੇਗਾ, ਜਿਸ ਦੇ ਵਿੱਚ ਤਿੰਨ ਪਾਰਟਸ ਦੇ ਵਿੱਚੋਂ ਕੁਐਸਚਨਸ ਆਉਣਗੇ। ਜਿਸ ਤਰ੍ਹਾਂ ਜੇਕਰ ਤੁਸੀਂ ਹਿਸਟਰੀ, ਜਿਓਗ੍ਰਾਫੀ ਅਤੇ ਸਿਵਿਕਸ ਚੂਜ਼ ਕਰਦੇ ਹੋ ਤਾਂ ਤਿੰਨੇ ਪਾਰਟਸ ਦੇ ਵਿੱਚੋਂ ਤੁਹਾਨੂੰ 50-50 ਕੁਐਸਚਨਸ ਉਸ ਦੇ ਵਿੱਚੋਂ ਅਟੈਂਪਟ ਕਰਨੇ ਹੋਣਗੇ। ਨੈਕਸਟ ਆਪਾਂ ਦੇਖ ਲੈਂਦੇ ਹਾਂ ਹਿਸਟਰੀ ਦਾ ਸਿਲੇਬਸ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹਿਸਟਰੀ ਆਫ ਪੰਜਾਬ। ਇਸ ਦੇ ਵਿੱਚ ਫਿਜ਼ੀਕਲ ਫੀਚਰਸ ਆਫ ਦਾ ਪੰਜਾਬ ਐਂਡ ਦੇਅਰ ਇਨਫਲੂਐਂਸ ਔਨ ਇਟਸ ਹਿਸਟਰੀ, ਭਾਵ ਕਿ ਜੋ ਪੰਜਾਬ ਦੇ ਫਿਜ਼ੀਕਲ ਫੀਚਰਸ ਨੇ ਅਤੇ ਉਹਨਾਂ ਦਾ ਪੰਜਾਬ ਦੀ ਹਿਸਟਰੀ 'ਤੇ ਕੀ ਪ੍ਰਭਾਵ ਪਿਆ ਹੈ, ਆਪਾਂ ਇਹਦੇ ਬਾਰੇ ਇਸ ਦੇ ਵਿੱਚ ਪੜ੍ਹਨਾ ਹੈ। ਨੈਕਸਟ ਹੈ ਡਿਵੈਲਪਮੈਂਟ ਆਫ ਸਿੱਖੀਜ਼ਮ ਡਿਊਰਿੰਗ ਦਾ ਪੀਰੀਅਡ ਆਫ 10 ਗੁਰੂਜ਼, ਜੋ ਆਪਣੇ 10 ਗੁਰੂ ਸਾਹਿਬਾਨ ਹੋਏ ਹਨ ਉਹਨਾਂ ਦੇ ਟਾਈਮ 'ਤੇ ਜੋ ਸਿੱਖੀਜ਼ਮ ਹੈ ਉਸ ਦੀ ਕਿਵੇਂ ਡਿਵੈਲਪਮੈਂਟ ਹੋਈ। ਨੈਕਸਟ ਬੰਦਾ ਸਿੰਘ ਬਹਾਦਰ ਐਂਡ ਹਿਜ਼ ਅਚੀਵਮੈਂਟਸ, ਬੰਦਾ ਸਿੰਘ ਬਹਾਦਰ ਬਾਰੇ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ। ਨੈਕਸਟ ਓਰੀਜਨ ਐਂਡ ਗਰੋਥ ਆਫ ਸਿੱਖ ਮਿਸਲਸ, ਪੰਜਾਬ ਦੇ ਵਿੱਚ ਜਿਹੜੀਆਂ ਸਿੱਖ ਮਿਸਲਸ ਸੀਗੀਆਂ ਜਿਵੇਂ ਸ਼ੁਕਰ ਚੱਕੀਆ ਮਿਸਲਸ, ਤਾਂ ਉਹਨਾਂ ਸਾਰੀਆਂ ਮਿਸਲਾਂ ਬਾਰੇ ਆਪਾਂ ਪੜ੍ਹਨਾ ਹੈ। ਨੈਕਸਟ ਹੈ ਮਹਾਰਾਜਾ ਰਣਜੀਤ ਸਿੰਘ ਅਰਲੀ ਲਾਈਫ, ਮਹਾਰਾਜਾ ਰਣਜੀਤ ਸਿੰਘ ਜੀ ਬਾਰੇ, ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੀਆਂ ਜੋ ਅਚੀਵਮੈਂਟਸ ਸੀਗੀਆਂ ਐਂਗਲੋ ਸਿੱਖ ਰਿਲੇਸ਼ਨਸ ਅਪ ਟੂ 1839 1839 ਤੱਕ
ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਜੋ ਅਚੀਵਮੈਂਟ ਸੀਗੀਆਂ ਅਤੇ ਐਂਗਲੋ ਸਿੱਖ ਰਿਲੇਸ਼ਨਸ਼ਿਪ ਸੀਗੇ ਉਸ ਦੇ ਬਾਰੇ ਇਸ ਦੇ ਵਿੱਚ ਪੜ੍ਹਨਾ ਹੈ। ਨੈਕਸਟ ਹੈ ਦ ਐਂਗਲੋ ਸਿੱਖ ਵਾਰਸ, ਭਾਵ ਕਿ ਜੋ ਅੰਗਰੇਜ਼ਾਂ ਅਤੇ ਸਿੱਖਾਂ ਦੇ ਵਿਚਾਲੇ ਜੋ ਲੜਾਈਆਂ ਹੋਈਆਂ ਉਹਨਾਂ ਦੇ ਬਾਰੇ। ਐਂਡ ਐਨੈਕਸੇਸ਼ਨਸ ਆਫ ਦਾ ਪੰਜਾਬ। ਇਸ ਤੋਂ ਨੈਕਸਟ ਹੈ ਆਪਣੇ ਕੋਲ ਪਾਰਟ ਬੀ, ਜਿਸ ਦੇ ਵਿੱਚ ਆਪਾਂ ਪੜ੍ਹਨੀ ਹੈ ਹਿਸਟਰੀ ਆਫ ਇੰਡੀਆ। ਪਾਰਟ ਏ ਦੇ ਵਿੱਚ ਹਿਸਟਰੀ ਆਫ ਪੰਜਾਬ ਅਤੇ ਪਾਰਟ ਬੀ ਦੇ ਵਿੱਚ ਇੰਡੀਆ ਦੀ ਹਿਸਟਰੀ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਹੜੱਪਾ ਸਿਵਿਲਾਈਜੇਸ਼ਨ। ਹੜੱਪਾ ਸਿਵਿਲਾਈਜੇਸ਼ਨ ਬਹੁਤ ਇੰਪੋਰਟੈਂਟ ਹੈ। ਇਸ ਦਾ ਓਰੀਜਨ, ਡੇਟ, ਐਕਸਟੈਂਟ, ਮੇਨ ਫੀਚਰਸ। ਤਾਂ ਇਸ ਤੋਂ ਇਲਾਵਾ ਜੋ ਵੀ ਆਪਣੀਆਂ ਇੰਡਸ ਵੈਲੀ ਸਿਵਿਲਾਈਜੇਸ਼ਨ ਦੀਆਂ ਸਾਈਟਸ ਨੇ ਉਸ ਦੇ ਬਾਰੇ ਵੀ ਤੁਸੀਂ ਜ਼ਰੂਰ ਪੜ੍ਹਨਾ ਹੈ। ਨੈਕਸਟ ਹੈ ਰਿਗਵੈਦਿਕ ਸਿਵਿਲਾਈਜੇਸ਼ਨ। ਰਿਗਵੈਦਿਕ ਜੋ ਸਿਵਿਲਾਈਜੇਸ਼ਨ ਸੀਗੀ ਉਸ ਦੇ ਬਾਰੇ। ਓਰੀਜਨਲ ਹੋਮ ਆਫ ਆਰੀਅਨਸ, ਜੋ ਆਪਣੇ ਆਰੀਅਨ ਸੀਗੇ ਉਹਨਾਂ ਦੇ ਬਾਰੇ, ਉਹਨਾਂ ਦਾ ਸੋਸ਼ਲ, ਪੋਲੀਟੀਕਲ, ਇਕਨੋਮਿਕ ਅਤੇ ਉਹਨਾਂ ਦੀ ਰਿਲੀਜੀਅਸ ਲਾਈਫ ਬਾਰੇ। ਨੈਕਸਟ ਹੈ ਜੈਨਿਜ਼ਮ ਐਂਡ ਬੁੱਧਿਜ਼ਮ। ਉਸ ਤੋਂ ਨੈਕਸਟ ਹੈ ਮੌਰਿਅਨਸ ਏਜ, ਜਿਸ ਦੇ ਵਿੱਚ ਚੰਦਰਗੁਪਤ ਮੌਰਿਆ ਅਤੇ ਅਸ਼ੋਕ ਦੇ ਬਾਰੇ ਪੜ੍ਹਨਾ ਹੈ। ਨੈਕਸਟ ਹੈ ਗੁਪਤਾ ਡਾਇਨੈਸਟੀ ਬਾਰੇ, ਜਿਸ ਦੇ ਵਿੱਚ ਸਮੁੰਦਰਗੁਪਤ ਅਤੇ ਚੰਦਰਗੁਪਤ II ਦੇ ਬਾਰੇ। ਇਹ ਜੋ ਸਾਰੇ ਰਾਜਿਆਂ ਦੇ ਨਾਮ ਨੇ ਇਹ ਬਹੁਤ ਹੀ ਇੰਪੋਰਟੈਂਟ ਨੇ। ਨੈਕਸਟ ਹਰਸ਼ਵਰਧਨ ਬਾਰੇ। ਹਰਸ਼ਵਰਧਨ ਦੇ ਜਿਹੜੇ ਵੀ ਕੈਂਪੇਨਸ ਸੀਗੇ ਉਸ ਦੇ ਪੋਲੀਟੀਕਲ ਰਿਲੇਸ਼ਨਸ, ਲਿਟਰੇਚਰ ਐਂਡ ਐਜੂਕੇਸ਼ਨ ਦੇ ਬਾਰੇ। ਨੈਕਸਟ ਹੈ ਨਿਊ ਕਿੰਗਸ ਐਂਡ ਦਾ ਕਿੰਗਡਮਸ, ਭਾਵ ਕਿ 700 ਈਸਵੀ ਤੋਂ ਲੈ ਕੇ 1200 ਈਸਵੀ ਤੱਕ ਜਿਹੜੇ ਨਵੇਂ ਰਾਜੇ ਆਏ ਅਤੇ ਉਹਨਾਂ ਦੇ ਜੋ ਕਿੰਗਡਮ ਸੀਗੇ ਉਸ ਬਾਰੇ। ਨੈਕਸਟ ਹੈ ਦਿੱਲੀ ਸਲਤਨਤ ਬਾਰੇ। ਦਿਸ ਇਜ਼ ਵੈਰੀ ਇੰਪੋਰਟੈਂਟ। ਦਿੱਲੀ ਸਲਤਨਤ ਦੇ ਵਿੱਚ ਸਲੇਵ ਡਾਇਨੈਸਟੀ, ਖਿਲਜੀ, ਦਾ ਤੁਗਲਕ, ਦਾ ਸੈਯਦਸ ਐਂਡ ਦਾ ਲੋਧੀਜ਼, ਭਾਵ ਕਿ ਲੋਧੀਜ਼ ਬਾਰੇ, ਤੁਗਲਕ ਬਾਰੇ, ਸੈਯਦ ਜੋ ਦਿੱਲੀ ਸਲਤਨਤ ਦੇ ਵਿੱਚ ਹੋਏ ਹਨ ਉਹਨਾਂ ਦੇ ਬਾਰੇ ਆਪਾਂ ਇਸ ਦੇ ਵਿੱਚ ਪੜ੍ਹਨਾ ਹੈ। ਨੈਕਸਟ ਹੈ ਦ ਕ੍ਰੀਏਸ਼ਨ ਆਫ ਐਨ ਇੰਪਾਇਰ, ਦਾ ਮੁਗਲ ਐम्पायर। ਦੈਨ ਮੁਗਲ ਐम्पायर ਬਾਰੇ। ਤਾਂ ਫਰੈਂਡਸ ਮੁਗਲ ਜੋ ਰਾਜੇ ਨੇ ਉਹਨਾਂ ਦਾ ਆਰਡਰ ਯਾਦ ਕਰਨ ਦੀ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਦੀ ਹਾਂ ਜੋ ਹੁਣੇ ਮੇਰੇ ਦਿਮਾਗ ਦੇ ਵਿੱਚ ਆ ਰਹੀ ਹੈ। ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ ਕਿ ਭਾਜਪਾ, ਜਿਵੇਂ ਆਪਾਂ ਭਾਜਪਾ ਕਹਿੰਦੇ ਹਾਂ BJP ਦੀ ਭਾਜਪਾ, ਤਾਂ ਭਾਜਪਾ ਦੇ ਵਿੱਚੋਂ ਆਪਾਂ P ਕੱਟ ਦੇਣਾ ਹੈ, ਉਹਦੀ ਜਗ੍ਹਾ ਲਿਖ ਲੈਣਾ ਹੈ S। ਤਾਂ ਆਪਣੇ ਕੋਲ ਇੱਕ ਵਰਡ ਬਣ ਜੂਗਾ ਭਾਜਸਾ, BHAJSA, ਜਿਸ ਦੇ ਵਿੱਚ ਜੋ ਆਪਣਾ ਪਹਿਲਾ ਕਿੰਗ ਹੈ ਉਹ ਹੈ ਬਾਬਰ। ਦੈਨ ਹੈ H ਤੋਂ ਹੈ ਹੁਮਾਯੂੰ। ਦੈਨ ਹੈ A ਤੋਂ ਹੈ ਔਰੰਗਜ਼ੇਬ, ਸੌਰੀ ਜੋ ਥਰਡ ਨੰਬਰ ਦਾ A ਹੈ ਉਸ ਦੇ ਵਿੱਚ ਔਰੰਗਜ਼ੇਬ ਨਹੀਂ ਅਕਬਰ। ਦੈਨ ਹੈ J ਤੋਂ ਜਹਾਂਗੀਰ। ਦੈਨ ਹੈ S ਤੋਂ ਆਪਣਾ ਸ਼ਾਹਜਹਾਂ। ਐਂਡ ਲਾਸਟ ਵਾਲਾ ਜੋ A ਹੈ ਉਸ ਤੋਂ ਔਰੰਗਜ਼ੇਬ। ਇਸ ਤਰ੍ਹਾਂ ਜੋ ਤੁਸੀਂ ਮੁਗਲ ਰਾਜੇ ਨੇ ਉਹਨਾਂ ਦਾ ਆਰਡਰ ਯਾਦ ਰੱਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਬਾਬਰ ਆਇਆ ਅਤੇ ਲਾਸਟ ਦੇ ਵਿੱਚ ਔਰੰਗਜ਼ੇਬ। ਨੈਕਸਟ ਹੈ ਫਰੈਂਡਸ ਆਪਣੇ ਕੋਲ ਦਾ ਇਸਟੈਬਲਿਸ਼ਮੈਂਟ ਆਫ ਦਾ ਪਾਵਰ ਆਫ ਈਸਟ ਇੰਡੀਆ ਕੰਪਨੀ। ਈਸਟ ਇੰਡੀਆ ਕੰਪਨੀ ਬਾਰੇ। ਬੈਟਲ ਆਫ ਪਲਾਸੀ ਐਂਡ ਬਕਸਰ, ਪਲਾਸੀ ਦੀ ਲੜਾਈ ਅਤੇ ਬਕਸਰ ਦੀ ਲੜਾਈ। ਦੈਨ ਉਸ ਤੋਂ ਬਾਅਦ 1857 ਦਾ ਵਿਦਰੋਹ, ਉਸ ਦੇ ਕੀ ਕਾਰਨ ਸੀਗੇ, ਕੀ ਉਸ ਦਾ ਪ੍ਰਭਾਵ ਪਿਆ, ਇਸ ਦੇ ਬਾਰੇ। ਨੈਕਸਟ ਹੈ ਆਪਣੇ ਕੋਲ ਐਜੂਕੇਸ਼ਨ ਅੰਡਰ ਬ੍ਰਿਟਿਸ਼ ਰੂਲ, ਬ੍ਰਿਟਿਸ਼ ਰੂਲ ਦੇ ਅੰਡਰ ਜੋ ਭਾਰਤ ਦੇ ਵਿੱਚ ਐਜੂਕੇਸ਼ਨ ਸੀ ਉਸ ਦੇ ਬਾਰੇ। ਨੈਕਸਟ ਹੈ ਦਾ ਨੈਸ਼ਨਲ ਮੂਵਮੈਂਟ 1885 ਤੋਂ ਲੈ ਕੇ 1947 ਦੇ ਵਿੱਚ। ਇਹ ਮਾਡਰਨ ਹਿਸਟਰੀ ਦੇ ਵਿੱਚ ਆਪਣੇ ਕੋਲ ਆਉਂਦਾ ਹੈ 1885 ਤੋਂ ਲੈ ਕੇ 1947 ਤੱਕ ਜਿੰਨੀਆਂ ਵੀ ਨੈਸ਼ਨਲ ਮੂਵਮੈਂਟ ਸੀ ਉਹਨਾਂ ਦੇ ਬਾਰੇ। ਥਰਡ ਐਂਡ ਲਾਸਟ ਪਾਰਟ ਹੈ ਆਪਣੇ ਕੋਲ ਵਰਲਡ ਹਿਸਟਰੀ, ਜਿਸ ਦੇ ਵਿੱਚ ਆਪਾਂ ਪੜ੍ਹਨਾ ਹੈ ਬਿਗਿਨਿੰਗ ਆਫ ਮਾਡਰਨ ਏਜ, ਮਾਡਰਨ ਏਜ ਦੀ ਜੋ ਸ਼ੁਰੂਆਤ ਹੈ ਉਸ ਦੇ ਬਾਰੇ। ਦੈਨ ਦਾ ਫਰਸਟ ਵਰਲਡ ਵਾਰ, ਪਹਿਲੀ ਅਤੇ ਦੂਸਰੀ ਵਰਲਡ ਵਾਰ ਦੇ ਬਾਰੇ। ਤਾਂ ਫਰੈਂਡਸ ਇਹ ਤਾਂ ਸੀ ਆਪਣਾ ਸਿਲੇਬਸ। ਤੁਸੀਂ ਜਿਸ ਸਬਜੈਕਟ ਦੇ ਵਿੱਚ ਖੁਦ ਨੂੰ ਬੈਸਟ ਮੰਨਦੇ ਹੋ ਤਾਂ ਤੁਸੀਂ ਉਸ ਹਿਸਾਬ ਨਾਲ ਇਸ ਦੇ ਵਿੱਚੋਂ ਕੋਈ ਵੀ 3 ਸਬਜੈਕਟ ਚੂਜ਼ ਕਰ ਸਕਦੇ ਹੋ ਅਤੇ ਉਸ ਅਕੋਰਡਿੰਗ ਆਪਣੀ ਸਟ੍ਰੈਟੇਜੀ ਬਣਾ ਕੇ ਤਿਆਰੀ ਕਰ ਸਕਦੇ ਹੋ। ਪਰ ਫਰੈਂਡਸ ਮੇਰੀ ਤੁਹਾਨੂੰ ਇੱਕ ਰਾਏ ਹੈ ਕਿ ਤੁਸੀਂ ਤਿਆਰੀ ਕਰਨ ਵਾਸਤੇ ਇੱਕ ਟਾਈਮ ਟੇਬਲ ਜ਼ਰੂਰ ਬਣਾ ਲਿਓ। ਟਾਈਮ ਟੇਬਲ ਇਸ ਤਰੀਕੇ ਨਾਲ ਕਿ ਤੁਸੀਂ ਮੰਨ ਕੇ ਚੱਲੋ ਕਿ ਜੋ ਆਪਣਾ ਐਗਜ਼ਾਮ ਹੈ ਉਹ ਅਪ੍ਰੈਲ ਮਈ ਦੇ ਵਿੱਚ ਹੋਣ ਦੇ ਪੂਰੇ ਚਾਂਸਿਸ ਨੇ। ਤਾਂ ਤੁਸੀਂ ਇਸ ਨੂੰ ਤਕਰੀਬਨ ਸਿਲੇਬਸ ਨੂੰ 2 ਮਹੀਨਿਆਂ ਦੇ ਹਿਸਾਬ ਨਾਲ ਵੰਡ ਲਿਓ ਅਤੇ ਹਰ ਦਿਨ ਇੱਕ ਟਾਰਗੇਟ ਲੈ ਕੇ ਆਪਾਂ ਚੱਲਣਾ ਹੈ ਕਿ ਅੱਜ ਮੈਂ ਇਹ ਪੜ੍ਹਨਾ ਹੈ ਅਤੇ ਨੈਕਸਟ ਡੇ ਮੈਂ ਇਹ ਪੜ੍ਹਨਾ ਹੈ। ਇਸ ਤਰੀਕੇ ਨਾਲ ਤੁਸੀਂ ਟਾਈਮ ਦੇ ਉੱਤੇ ਸਾਰਾ ਸਿਲੇਬਸ ਪੂਰਾ ਕਰ ਪਾਵੋਗੇ ਅਤੇ ਬਾਅਦ ਵਿੱਚ ਉਸ ਦੀ ਰਿਵੀਜ਼ਨ ਵੀ ਕਰ ਪਾਓਗੇ। ਫਰੈਂਡਸ ਇਸ ਨੂੰ ਲਾਈਟਲੀ ਲੈ ਕੇ
ਚੱਲਣ ਨਾਲ ਗੁਜ਼ਾਰਾ ਨਹੀਂ ਹੋਵੇਗਾ, ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਰਡ ਹੈ ਔਰ ਡੇ ਬਾਏ ਡੇ ਵੱਧਦਾ ਹੀ ਜਾ ਰਿਹਾ ਹੈ। ਤਾਂ ਜੇਕਰ ਤੁਸੀਂ ਨੌਕਰੀ ਪਾਣੀ ਚਾਹੁੰਦੇ ਹੋ ਤਾਂ ਇੱਕ ਸਹੀ ਸਟ੍ਰੈਟੇਜੀ ਬਣਾ ਕੇ ਪੇਪਰ ਦੀ ਤਿਆਰੀ ਕਰੋ। ਇਸ ਦੇ ਨਾਲ ਹੀ ਤੁਹਾਨੂੰ ਸਪੈਸ਼ਲ ਫੋਕਸ ਪ੍ਰੀਵੀਅਸ ਈਅਰ ਪੇਪਰਸ 'ਤੇ ਵੀ ਰੱਖਣਾ ਚਾਹੀਦਾ ਹੈ। ਮੈਂ ਪਿਛਲੇ ਜੋ ਕੁਐਸਚਨ ਪੇਪਰ ਦੇਖੇ ਹਨ ਪੰਜਾਬ ਮਾਸਟਰ ਕੈਡਰ ਦੇ, ਤਾਂ ਉਸ ਦੇ ਵਿੱਚ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਕੁਝ ਕੁਐਸਚਨਸ ਰਿਪੀਟ ਹੋ ਰਹੇ ਹਨ। ਮਤਲਬ ਹਰ ਸਾਲ ਕੁਝ ਜੋ ਇੰਪੋਰਟੈਂਟ ਕੁਐਸਚਨਸ ਨੇ ਉਹ ਰਿਪੀਟ ਹੁੰਦੇ ਹਨ। ਤਾਂ ਪ੍ਰੀਵੀਅਸ ਈਅਰ ਪੇਪਰਸ 'ਤੇ ਤੁਸੀਂ ਖਾਸ ਧਿਆਨ ਦੇਣਾ ਹੈ। ਇਸ ਤੋਂ ਇਲਾਵਾ ਸਾਡੇ ਚੈਨਲ ਉੱਤੇ ਵੀ ਤੁਹਾਨੂੰ ਪ੍ਰੀਵੀਅਸ ਈਅਰ ਪੇਪਰਸ ਮਿਲ ਜਾਣਗੇ। ਤਾਂ ਫਰੈਂਡਸ, ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ। ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਈਓ। ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ।